ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੁਗੋ ਯੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸਰਵਰੇ ਕਾਲੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਚਰਨਾਂ ਵਿੱਚ ਹਾਜ਼ਰੀਨ ਗੁਰੂ ਰੂਪ ਖਾਲਸਾ ਜੀ। ਸਤਿਗੁਰੂ ਜੀ ਦੇ ਪਾਵਨ ਮੁਬਾਰਕ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਅਸੀਂ ਨਤਮਸਤਕ ਹੋ ਰਹੇ ਹਾਂ। ਸਤਿਗੁਰੂ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ। ਰਾਗ ਸੂਹੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਪਾਵਨ ਸ੍ਰੀ ਕੰਠ ਤੋਂ ਉਚਾਰਿਆ ਗਿਆ ਹੈ ਸ੍ਰੀ ਮੁਖ ਵਾਕ 759 ਅੰਗ ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਰਜ ਰਹਿਓ ਵਿਖਿਆ ਕੇ ਸੰਗਾ ਮਨ ਹੈ ਵਿਆਪਤ ਅਨਕ ਤਰੰਗਾ। ਮਨੁੱਖ ਦਾ ਜਿਹੜਾ ਜੀਵਨ ਹੈ ਇਹ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਇਹ ਜਨਮ ਮਿਲਿਆ। ਦੂਸਰਾ ਇਹਦਾ ਕੋਈ ਵੀ ਕਾਰਨ ਨਹੀਂ ਹੈ। ਸਤਿਗੁਰੂ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ। ਨਿਰੰਕਾਰ ਦੇ ਨਾਲ ਇੱਕਮਿਕ ਹੋਣ ਵਾਸਤੇ ਮਨੁੱਖ ਆਇਆ ਹੈ। ਪਰ ਜਿਵੇਂ ਹੀ ਇਸ ਸੰਸਾਰ ਦੇ ਵਿੱਚ ਜਨਮ ਮਿਲਿਆ ਤੇ ਥੋੜਾ ਗਿਆਨ ਆਇਆ, ਕਿਉਂਕਿ ਗਿਆਨ ਬੜਾ ਥੋੜਾ ਹੈ, ਇਸੇ ਕਰਕੇ ਮੈਂ ਇਹ ਸ਼ਬਦ ਵਰਤਿਆ। ਜਿਵੇਂ ਹੀ ਥੋੜਾ ਜਿਹਾ ਗਿਆਨ ਆਇਆ ਤੇ ਮਨੁੱਖ ਦਾ ਜੀਵਨ ਉਲਝ ਗਿਆ। ਜਿਵੇਂ ਜਿਵੇਂ ਮਨੁੱਖ ਆਪਣੇ ਅੰਤ ਵੱਲ ਨੂੰ ਵੱਧਦਾ ਜਾਂਦਾ ਹੈ ਤਿਵੇਂ ਤਿਵੇਂ ਉਹ ਦਿਨ ਪ੍ਰਤੀ ਦਿਨ ਉਲਝਦਾ ਹੀ ਜਾਂਦਾ ਹੈ। ਚਾਹੀਦਾ ਤੇ ਇਦਾਂ ਸੀ ਵੀ ਜਿਵੇਂ ਜਿਵੇਂ ਇਹ ਜੀਵਨ ਦਾ ਸਮਾਂ ਬਤੀਤ ਹੁੰਦਾ ਤਿਵੇਂ ਤਿਵੇਂ ਉਹ ਨਿਰੰਕਾਰ ਦੇ ਨਜ਼ਦੀਕ ਚਲਿਆ ਜਾਂਦਾ ਤੇ ਅਖੀਰ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਪਰ ਬੜੇ ਲੰਬੇ ਸਮੇਂ ਤੋਂ ਇੱਦਾਂ ਹੋ ਨਹੀਂ ਰਿਹਾ। ਸੰਤ ਸ਼੍ਰੋਮਣੀ ਭਗਤ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ ਹਉ ਆਇਆ ਦੂਰੋਂ ਚੱਲ ਗਿਆ। ਮੈਂ ਤੱਕੀ ਤਉ ਸਰਣਾਏ ਜੀਓ। ਬੜੀ ਦੂਰ ਤੋਂ ਔਰ ਬੜੇ ਲੰਬੇ ਸਫ਼ਰ ਤੇ ਹੈ ਮਨੁੱਖ ਦਾ ਜਿਹੜਾ ਜੀਵਨ ਹੈ, ਔਰ ਬੜੀ ਦੇਰ ਬਾਅਦ ਇਹ ਇੱਕ ਸਟੇਸ਼ਨ ਪ੍ਰਾਪਤ ਹੋਇਆ, ਇੱਕ ਮੌਕਾ ਲੱਭਾ। ਇਸ ਮੌਕੇ ਦਾ, ਇਸ ਅਵਸਰ ਦਾ ਲਾਭ ਉਠਾਉਣਾ ਚਾਹੀਦਾ ਹੈ।
ਪਰ ਇੱਥੇ ਤੇ ਮਨੁੱਖ ਦਾ ਜੀਵਨ ਉਲਝ ਰਿਹਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਲਝ ਰਹਿਓ ਵਿਖਿਆ ਕੇ ਸੰਗਾ। ਵਿਖ ਕਹਿੰਦੇ ਨੇ ਜ਼ਹਿਰ ਨੂੰ। ਮਾਇਕ ਪਦਾਰਥ ਨੇ ਨਾ ਜਿੰਨੇ, ਇਹ ਸਾਰੇ ਜ਼ਹਿਰ ਦੇ ਸਮਾਨ ਨੇ ਜਿਹੜੇ ਪਰਮਾਤਮਾ ਦੇ ਨਾਮ ਤੋਂ ਦੂਰ ਕਰਦੇ ਨੇ। ਜੀਵਨ ਦਾ ਇਤਨਾ ਕੁ ਅਮੋਲਕ ਸਮਾਂ ਹੈ ਜਿਹਨੂੰ ਜ਼ੁਬਾਨ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ। ਭਗਤ ਕਬੀਰ ਜੀ ਲਾਣੀਆਂ ਕਹਿੰਦੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਪਾਰੈ ਬਾਰ। ਜਿਉਂ ਬਨ ਫਲ ਪਾਕੇ ਭੋਏ ਗਿਰੈ, ਬੌਰ ਨਾ ਲਾਗੇ ਡਾਰ। ਜਿਵੇਂ ਕਿਸੇ ਦਰਖਤ ਨੂੰ ਫਲ ਲੱਗਦਾ ਹੈ, ਪੱਕ ਜਾਂਦਾ ਹੈ, ਤੇ ਜਦੋਂ ਉਹ ਡਿੱਗ ਪੈਂਦਾ ਨਾ, ਟਾਹਣੀ ਦੇ ਨਾਲੋਂ ਵੱਖਰਾ ਹੋ ਜਾਂਦਾ ਹੈ, ਫਿਰ ਉਹ ਦੁਬਾਰਾ ਪਰਤ ਕੇ ਨਹੀਂ ਲੱਗਦਾ। ਬੜਾ ਅਮੋਲਕ ਜੀਵਨ ਹੈ। ਇੱਕ ਇੱਕ ਸਵਾਸ ਇਤਨਾ ਕੀਮਤੀ ਹੈ। ਅਸੀਂ ਸਾਰੀ ਜ਼ਿੰਦਗੀ ਮਾਇਆ ਇਕੱਤਰ ਕਰਨ ਤੇ ਲਾ ਦਿੰਦੇ ਹਾਂ। ਉਲਝ ਰਹੇ ਹੋ, ਮਾਇਆ ਕਰਕੇ ਉਲਝਿਆ। ਮਾਇਆ ਤੋਂ ਪੈਦਾ ਹੋਏ ਪਦਾਰਥਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਬੰਦਾ ਸਾਰੀ ਜ਼ਿੰਦਗੀ ਲਾ ਦਿੰਦਾ ਹੈ, ਪਰ ਜਦੋਂ ਕਿਤੇ ਅੰਤ ਦਾ ਸਮਾਂ ਆਉਂਦਾ ਹੈ, ਫਿਰ ਉਹ ਇੱਛਾ ਜ਼ਾਹਰ ਕਰਦਾ ਹੈ। ਮੈਂ ਕਿਸੇ ਨਾਲ ਗੱਲ ਕਰਨੀ ਚਾਹੁੰਦਾ। ਘਰ ਵਾਲੇ ਕਹਿੰਦੇ ਨੇ ਇਹਨੂੰ ਕੋਈ 2 ਘੰਟਿਆਂ ਦਾ ਸਮਾਂ ਮਿਲ ਜਾਵੇ। ਉਹ ਮਾਇਆ ਜਿਹੜੀ ਸਾਰੀ ਜ਼ਿੰਦਗੀ ਜਾਇਜ਼ ਨਜਾਇਜ਼ ਕੰਮ ਕਰਕੇ ਇਕੱਠੀ ਕੀਤੀ, ਅੰਤ ਦੇ ਵੇਲੇ ਕੰਮ ਨਹੀਂ ਜਿਉਂਦੀ, ਨਹੀਂ ਆਉਂਦੀ। ਜਿਹਨੇ ਕੰਮ ਆਉਣਾ ਉਹ ਧਨ ਇਕੱਠਾ ਹੀ ਨਹੀਂ ਕੀਤਾ। ਸਤਿਗੁਰੂ ਕਹਿੰਦੇ ਰੇ ਮਨ ਤਾਕੋ ਧਿਆਈਐ, ਸਭ ਵਿਦ ਜਾ ਕੇ ਹਾਥ। ਰਾਮ ਨਾਮ ਤਨ ਸੰਚਿਐ, ਨਾਨਕ ਨਿਭੈ ਸਾਥ। ਉਹ ਧਨ ਇਕੱਠਾ ਹੀ ਨਹੀਂ ਕੀਤਾ। ਸਾਰੀ ਜ਼ਿੰਦਗੀ ਦੇ ਵਿੱਚ ਜਿਤਨੀ ਮਾਇਆ ਇਕੱਠੀ ਕੀਤੀ, ਉਹਦੇ ਨਾਲ ਇੱਕ ਸਵਾਸ ਮੁੱਲ ਨਹੀਂ ਮਿਲ ਸਕਦਾ। ਫਿਰ ਇਹ ਮੂਰਖਤਾ ਹੀ ਹੈ ਨਾ, ਕਿ ਇੰਨੇ ਕੀਮਤੀ ਸਵਾਸ ਗਵਾ ਕੇ ਤੇ ਕੂੜਾ ਇਕੱਠਾ ਕਰਨਾ, ਕਿਸੇ ਚੀਜ਼ ਦਾ ਵਣਜ ਨਾ ਕਰਨਾ। ਕਬੀਰ ਜੀ ਕਹਿੰਦੇ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਲੋਕਾਂ ਨੇ ਸੋਨੇ ਦੇ, ਹੀਰਿਆਂ ਦੇ ਵਪਾਰ ਕੀਤੇ, ਪਰ ਸੰਤੋ ਬਣ ਜਿਆ ਨਾਮ ਗੋਬਿੰਦ ਕਾ। ਗੁਰਮੁਖਾਂ ਨੇ ਨਿਰੰਕਾਰ ਦੇ ਨਾਮ ਦਾ ਵਣਜ ਕੀਤਾ, ਮਿਲੇ ਹੋਏ ਸਵਾਸਾਂ ਦੀ ਪੂੰਜੀ ਨਾਲ, ਜਿਹੜਾ ਨਾਲ ਜਾਵੇਗਾ। ਐਸੇ ਮਨੁੱਖ ਜੀਵਨ ਦੇ ਵਿੱਚ ਬਹੁਤੇ ਉਲਝਦੇ ਨਹੀਂ, ਤੇ ਐਸੇ ਮਨੁੱਖ ਥੋੜੇ ਹੁੰਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਥੋੜੇ ਹੁੰਦੇ ਨੇ ਐਸੇ ਮਨੁੱਖ। ਸਤਿਗੁਰੂ ਕਹਿੰਦੇ ਉਲਝ ਰਹਿਓ ਵਿਖਿਆ ਕੈ ਸੰਗਾ। ਮਾਇਕ ਪਦਾਰਥਾਂ ਦੇ ਵਿੱਚ ਮਟੀਰੀਅਲਿਜ਼ਮ ਨੂੰ ਇਕੱਠਾ ਕਰਦਿਆਂ ਉਲਝ ਗਿਆ ਹੈ। ਇੰਨਾ ਕੁ ਉਲਝ ਗਿਆ ਹੈ ਕਿ ਮਨ ਹੈ ਵਿਆਪਤ ਅਨਕ ਤਰੰਗਾ। ਮਨ ਦੇ ਵਿੱਚ ਹਰ ਵਕਤ ਤ੍ਰਿਸ਼ਨਾਵਾਂ, ਮੰਗਾਂ ਚਲਦੀਆਂ ਹੀ ਰਹਿੰਦੀਆਂ ਨੇ।
ਇੱਥੋਂ ਤੱਕ ਕਿ ਸਾਡੇ ਸੁਪਨੇ ਵੀ ਉਹਨਾਂ ਮੰਗਾਂ ਤੋਂ ਵਾਂਝੇ ਨਹੀਂ ਰਹੇ। ਸੁਪਨਿਆਂ 'ਚ ਵੀ ਮਨੁੱਖ ਮੰਗਦਾ ਹੀ ਫਿਰਦਾ ਹੈ, ਕਿਉਂਕਿ ਜੋ ਦਿਨ ਨੂੰ ਸੋਚਦਾ ਹੈ ਉਹ ਰਾਤ ਨੂੰ ਸੁਪਨਾ ਬਣ ਕੇ ਚੱਲਦੇ ਨੇ ਖਿਆਲ। ਖਿਆਲਾਂ 'ਚ ਵੀ ਮੰਗਾਂ ਹੈ। ਜਿਸ ਮਨੁੱਖ ਦੇ ਅੰਦਰ ਤ੍ਰਿਸ਼ਨਾ ਹੈ ਹਰ ਵਕਤ, ਉਹ ਕੀ ਪਾਠ ਕਰੇਗਾ, ਕੀ ਉਹ ਕਥਾ ਕਰੇਗਾ, ਕੀ ਉਹ ਕੀਰਤਨ ਕਰੇਗਾ। ਘਰੋਂ ਆਉਂਦਾ ਹੈ ਸੋਚ ਕੇ ਅੱਜ ਅਰਦਾਸ ਕਰਨੀ ਹੈ, ਕੁਛ ਮੰਗਣਾ ਹੈ। ਇਹ ਮੰਗ ਜਨਮ ਤੋਂ ਆਰੰਭ ਹੋਈ। ਜਿਵੇਂ ਜਨਮ ਮਿਲਿਆ ਅੰਦਰ ਮੰਗ ਪੈਦਾ ਹੋ ਗਈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਉਹ ਤ੍ਰਿਸ਼ਨਾ ਇੰਨੀ ਕੁ ਪ੍ਰਬਲ ਹੋ ਗਈ ਕਿ ਹੁਣ ਨੀਂਦ ਉਹਨੂੰ ਹਟ ਗਈ। ਇੱਕ ਬੱਚਾ 20 ਤੋਂ 22 ਘੰਟੇ ਸੌਂਦਾ ਹੈ ਜਦੋਂ ਛੋਟਾ ਹੁੰਦਾ ਹੈ। ਮਾਂ ਦਾ ਦੁੱਧ ਚੁੰਘਿਆ ਤੇ ਸੌਂ ਗਿਆ, ਕਿਉਂਕਿ ਤ੍ਰਿਸ਼ਨਾ ਬੜੀ ਛੋਟੀ ਹੈ ਨਾ, ਦੁੱਧ ਤੱਕ ਹੀ ਮਤਲਬ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਬਸ ਇੰਨੀ ਕੋਈ ਮੰਗ ਹੈ। ਦੁੱਧ ਚੁੰਘਿਆ ਸੌਂ ਗਿਆ, ਭੁੱਖ ਲੱਗੀ ਰੋ ਪਿਆ। ਪਰ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਉਵੇਂ ਉਵੇਂ ਅੰਦਰ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਨੀਂਦ ਉਹਨੂੰ ਹਟ ਜਾਂਦੀ ਹੈ। 60 ਸਾਲ ਤੱਕ ਪਹੁੰਚਦਿਆਂ ਉਹ 22 ਘੰਟੇ ਵਾਲੀ ਨੀਂਦ 2 ਘੰਟੇ ਰਹਿ ਜਾਂਦੀ ਹੈ। ਇੱਦਾਂ ਹੀ ਹੁੰਦਾ ਹੈ। ਤੇ ਪੁੱਛ ਲਈਏ ਤੇ ਕਹੇਗਾ ਮਸਾਂ 2 ਘੰਟੇ ਆਉਂਦੀ ਹੈ। ਬਾਕੀ ਦੇ ਜਿਹੜੇ 22 ਘੰਟੇ ਨੇ ਕੀ ਕਰਨਾ ਹੈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਨ ਹੈ ਵਿਆਪਤ ਅਨੁਕ ਤਰੰਗਾ। ਅੰਦਰ ਸੋਚਾਂ ਹੀ ਸੋਚਦਾ ਰਹਿੰਦਾ ਹੈ। ਤੇ ਸਤਿਗੁਰੂ ਕਹਿੰਦੇ ਜੇ ਸੋਚੀ ਲੱਖ ਵਾਰ ਸੋਚੀ ਜਾ, ਹੋਣਾ ਕੁਝ ਵੀ ਨਹੀਂ, ਕੁਝ ਵੀ ਨਹੀਂ ਹੋਣਾ। ਸਤਿਗੁਰੂ ਕਹਿੰਦੇ ਖੱਖਾ ਖੋਨਾ ਕਿਛ ਨਹੀਂ, ਤਿਸ ਸਮਰੱਥ ਕੇ ਪਾਹੇ ਜੋ ਦੇਣਾ ਸੋ ਦੇ ਰਹਿਆ, ਭਾਵੇਂ ਤਹਿ ਤਹਿ ਜਾਏ। ਜੋ ਉਹਨੇ ਦੇਣਾ ਨਾ ਉਹਨੇ ਦੇ ਹੀ ਦੇਣਾ ਹੈ, ਜਿੱਥੇ ਮਰਜ਼ੀ ਦੌੜਿਆ ਫਿਰੇ, ਕਿਉਂਕਿ ਉਹ ਸਮਰੱਥ ਹੈ ਨਾ। ਖੱਖਾ ਖੂਨਾ, ਖੂਨਾ ਕਹਿੰਦੇ ਨੇ ਕਾਠ ਨੂੰ, ਉਹਦੇ ਕੋਲ ਕਿਸੇ ਗੱਲ ਦੀ ਘਾਟ ਨਹੀਂ ਹੈ। ਜਿਸ ਨਿਰੰਕਾਰ ਨੂੰ ਤੂੰ ਵਿਸਾਰਿਆ ਹੋਇਆ ਹੈ, ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ, ਸਤਿਗੁਰੂ ਕਹਿੰਦੇ ਉਹਦੇ ਕੋਲ ਕਿਸੇ ਬਾਤ ਦੀ ਕਮੀ ਨਹੀਂ ਹੈ। ਭਲਿਆ ਜਿੱਥੇ ਮਰਜ਼ੀ ਦੌੜਿਆ ਫਿਰ, ਜੋ ਦੇਣਾ ਸੋ ਦੇ ਰਹਿਆ। ਇਹ ਜਿਹੜੇ ਸਾਹ ਹੁੰਦੇ ਨੇ ਕੀ ਅਸੀਂ ਲੈਨੇ ਆ? ਕੋਈ ਕੰਮ ਕਰਦਿਆਂ ਦਮ ਚੜ ਜਾਏ ਨਾ, ਜ਼ੋਰ ਦਾ ਕਾਰਜ ਕਰਦਿਆਂ ਅਸੀਂ ਕਹਿ ਦਿੰਦੇ ਮੈਂ ਥੋੜਾ ਸਾਹ ਲੈ ਲਾਂ, ਅਸੀਂ ਲੈ ਨਹੀਂ ਰਹੇ। ਇਹ ਭੁਲੇਖਾ ਹੀ ਹੈ। ਕੋਈ ਦੇ ਰਿਹਾ ਹੈ, ਲਗਾਤਾਰ ਦੇ ਰਿਹਾ ਹੈ, ਤੇ ਜਦੋਂ ਉਹਦਾ ਹੁਕਮ ਹੋਵੇਗਾ ਇਹ ਬੰਦ ਹੋ ਜਾਣਗੇ ਫਿਰ ਲੈ ਕੇ ਵਿਖਾਈ, ਨਹੀਂ ਲੈ ਸਕਦਾ। ਕੋਸ਼ਿਸ਼ਾਂ ਕਰਦੇ ਨੇ, ਕੋਈ ਆਕਸੀਜਨ ਦਿੰਦਾ, ਕੋਈ
ਡਾਕਟਰ ਬਥੇਰੀਆਂ ਕੋਸ਼ਿਸ਼ਾਂ ਕਰਦੇ ਨੇ। ਵੈਦ ਕ ਅਨ ਕੋ ਭਾਵ ਕਹਾਂ ਲੋ ਭਾਖਈ, ਜਿਸ ਕੀ ਪੁੱਜੈ ਔਦ ਤਿਸੈ ਕੌਣ ਰੱਖਈ। ਨਹੀਂ ਰੱਖ ਸਕਦਾ ਕੋਈ, ਨਹੀਂ ਦਵਾ ਸਕਦਾ ਸਾਹ, ਉਹ ਦਿੰਦਾ ਹੈ। ਤੇ ਜਿਹੜਾ ਸਾਹ ਦਿੰਦਾ ਹੈ ਉਹ ਰਿਜ਼ਕ ਵੀ ਦਿੰਦਾ ਹੈ। ਉਹ ਸਾਡੇ ਜੀਵਨ ਦੀ ਹਰ ਇੱਕ ਘਟਨਾ ਨੂੰ ਚਲਾ ਰਿਹਾ ਹੈ। ਸਾਸ ਸਾਸ ਪ੍ਰਤਪਾਲੇ, ਸਤਿਗੁਰੂ ਕਹਿੰਦੇ ਹਰ ਇੱਕ ਸਾਹ ਦੇ ਨਾਲ ਉਹ ਸਾਡੀ ਪ੍ਰਤਪਾਲਨਾ ਕਰ ਰਿਹਾ ਹੈ। ਸਾਡੇ ਅੰਦਰ ਊਰਜਾ ਬਣ ਕੇ ਉਹ ਕਾਰਜ ਕਰ ਰਿਹਾ ਹੈ। ਪਰ ਮਨ ਹੈ ਵਿਆਪਤ ਅਨਕ ਤਰੰਗਾ, ਮਨ ਦੇ ਵਿੱਚ ਵਾਸ਼ਨਾ ਹੈ, ਵਾਸ਼ਨਾ ਮੰਗ ਹੈ। ਤੇ ਜਿਤਨੀ ਦੇਰ ਤੱਕ ਵਾਸ਼ਨਾ ਹੈ ਉਤਨੀ ਦੇਰ ਤੱਕ ਸ਼ੁਕਰਾਨਾ ਨਹੀਂ ਚੱਲੇਗਾ। ਤੇ ਪ੍ਰਵਾਨ ਸ਼ੁਕਰਾਨਾ ਹੁੰਦਾ ਹੈ, ਮੰਗਾ ਨਹੀਂ। ਫਿਰ ਬੇਨਤੀ ਕਰਾਂ, ਪ੍ਰਵਾਨ ਸ਼ੁਕਰਾਨਾ ਹੁੰਦਾ ਹੈ, ਮੰਗਾ ਨਹੀਂ। ਦੇ ਦੇ ਮੰਗੈ ਸਹਿਸਾ ਗੁਣਾ। ਅੱਜ ਇੱਕ ਮੰਗ ਪੂਰੀ ਹੋਈ ਹੈ, ਕੱਲ ਦੂਸਰੀ ਸ਼ੁਰੂ ਹੋ ਜਾਵੇਗੀ। ਇੱਕ ਪੂਰੀ ਹੁੰਦੀ ਹੈ, 10 ਨੂੰ ਜਨਮ ਦੇ ਜਾਂਦੀ ਹੈ। ਮਨ ਹੈ ਵਿਆਪਤ ਅਨਕ ਤਰੰਗਾ। ਹਰ ਵਕਤ ਤ੍ਰਿਸ਼ਨਾ ਦੀਆਂ ਲਹਿਰਾਂ ਮਨੁੱਖ ਦੇ ਅੰਦਰ ਉੱਠਦੀਆਂ ਰਹਿੰਦੀਆਂ ਨੇ। ਤ੍ਰਿਸ਼ਨਾ ਵੀ ਕੈਸੀ ਹੈ, ਜੋ ਬੀਤ ਚੁੱਕਿਆ ਹੈ ਉਹਦਾ ਪਛਤਾਵਾ, ਜਿਹੜਾ ਮਨੁੱਖ ਦੇ ਚੈਨ ਨੂੰ ਲੈ ਜਾਂਦਾ ਹੈ, ਨੀਂਦ ਨੂੰ ਲੈ ਜਾਂਦਾ ਹੈ। ਆਉਣ ਵਾਲਾ ਜਿਹੜਾ ਸਮਾਂ ਹੈ, ਜਦੋਂ ਮਨੁੱਖ ਉਹਦੇ ਬਾਰੇ ਸੋਚਦਾ ਹੈ, ਉਹਦੇ ਵਿੱਚੋਂ ਚਿੰਤਾ ਵਾਪਸ ਆਉਂਦੀ ਹੈ, ਹਿਰਦੇ ਨੂੰ ਚਿੰਤਾ ਖਾਂਦੀ ਹੈ। ਇਸ ਤਰ੍ਹਾਂ ਚਿੰਤਾ ਪੈਦਾ ਹੁੰਦੀ ਹੈ। ਪਰ ਜਿਹੜਾ ਚੱਲ ਰਿਹਾ ਸਮਾਂ ਹੈ, ਉਹਦੀ ਕੋਈ ਕੀਮਤ ਨਹੀਂ। ਬੇਸ਼ੁਮਾਰ ਕੀਮਤੀ ਹੈ ਸਮਾਂ, ਪਰ ਉਹਦੀ ਪਰਵਾਹ ਕੋਈ ਨਹੀਂ ਕਰਦਾ। ਮੂਰਖ ਮਨੁੱਖ ਦੇ 3 ਗੁਣ, 3 ਲੱਛਣ ਸਤਿਗੁਰਾਂ ਨੇ ਪਾਵਨ ਬਾਣੀ ਅੰਦਰ ਸਮਝਾਏ ਨੇ। ਵਿਅਰਥ ਦੀ ਚਿੰਤਾ, ਵਿਅਰਥ ਦਾ ਕਰਮ ਤੇ ਵਿਅਰਥ ਦਾ ਗਿਆਨ। ਇਹ ਤਿੰਨੋਂ ਗੱਲਾਂ ਮੂਰਖ ਮਨੁੱਖ ਦੀ ਨਿਸ਼ਾਨੀ ਹੈ। ਸਤਿਗੁਰੂ ਕਹਿੰਦੇ ਮਨ ਹੈ ਵਿਆਪਤ ਅਨਕ ਤਰੰਗਾ। ਮੇਰੇ ਮਨ ਅਗਮ ਅਗੋਚਰ, ਇਹ ਮੇਰੇ ਮਨ ਨਿਰੰਕਾਰ ਅਗਮ ਹੈ, अपहुंच है, पहुंच तो परे है। अगम अगोचर, ये जिहड़े साडे ज्ञान इंद्रे ने, साडे कर्म इंद्रे ने, जिहड़े इन्हां दी पहुंच तो परे है। कोई चीज़ सानू छूवे, सानू पता लग जाता है। कोई चीज़ साडे कोल दी लंघे, असीं हर एक चीज़ नूं महसूस करते हैं ਗਿਆਨ ਇੰਦਰੀਆਂ ਦੇ ਨਾਲ, ਪਰ ਉਹ ਅਗੋਚਰ ਹੈ। ਗਿਆਨ ਇੰਦਰੀ ਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਪਰੇ ਹੈ। ਕਤ ਪਾਈਐ ਪੂਰਨ ਪਰਮੇਸ਼ਰ। ਤੂੰ ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰੇਗਾ, ਕਿਵੇਂ ਉਹਦੀ ਪ੍ਰਾਪਤੀ ਕਰੇਗਾ? ਕਿਉਂਕਿ ਤੇਰੇ ਮਨ ਦੇ ਅੰਦਰ ਤੇ ਵਲਵਲੇ ਹੀ ਹੋਰ ਚੱਲ ਰਹੇ ਨੇ, ਹੋਰ ਕੁਝ ਹੀ ਚੱਲ ਰਿਹਾ ਹੈ। ਤੇਰੇ ਮਨ ਦੇ ਅੰਦਰ ਤਰੰਗਾਂ ਚੱਲ ਰਹੀਆਂ ਨੇ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਪਰ ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਜਿਹਨੇ ਰਹਿਮਤ ਕਰਨੀ ਹੈ, ਜਿਹਨੇ ਬਖਸ਼ਿਸ਼ ਕਰਨੀ ਹੈ,
ਉਹ ਮਨੁੱਖ ਦੀ ਯਾਦ ਦਾ ਹਿੱਸਾ ਨਹੀਂ ਹੈ, ਮਾਇਆ ਹੈ। ਔਰ ਮੰਗਦਾ ਰਹਿੰਦਾ ਹੈ, ਔਰ ਰੱਜਦਾ ਨਹੀਂ ਹੈ, ਮੰਗਦਾ ਹੀ ਰਹਿੰਦਾ ਹੈ। ਜਿੰਨੀ ਮਰਜ਼ੀ ਆ ਜਾਏ, ਮੰਗਦਾ ਹੀ ਰਹਿੰਦਾ ਹੈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਗਰੀਬ ਨਵਾਜ ਸਤਿਗੁਰੂ ਕਹਿੰਦੇ, ਮੋਹ ਮਗਨ ਮੈਂ ਰਹਾ ਵਿਆਪੇ। ਮਾਇਕ ਪਦਾਰਥਾਂ ਦਾ ਮੋਹ ਹੋ ਗਿਆ, ਮਾਇਆ ਨਾਲ ਮੋਹ ਹੋ ਗਿਆ। ਮਾਟੀ ਕੋ ਪੁੱਤਰਾ कैसे नचत है, देखै देखै सुनै बोलै, दौड़ियो फिरत है, जब किछ पावै तब गर्व करत है, माया गई तब रोवन लगत है। माया ਦੇ ਵਿੱਚ ਇੰਨਾ ਮਗਨ ਹੋ ਗਿਆ, ਮਸਤ ਹੋਇਆ ਮਾਇਆ ਦੇ ਮੋਹ ਵਿੱਚ, ਤੇ ਹਰ ਵਕਤ ਅੰਦਰ ਆਈ ਗੱਲ ਚੱਲਦੀ ਰਹਿੰਦੀ ਹੈ। ਹਰ ਵਕਤ ਅਤ ਤ੍ਰਿਸ਼ਨਾ ਕਬਹੂ ਨਹੀਂ ਤਰਾਪੇ। ਬੜੀ ਪ੍ਰਬਲ ਤ੍ਰਿਸ਼ਨਾ ਹੈ ਤੇ ਕਦੀ ਰੱਜ ਨਹੀਂ ਆਉਂਦਾ, ਨਹੀਂ ਆਉਂਦਾ। ਸਤਿਗੁਰੂ ਕਹਿੰਦੇ, ਪਦਾਰਥਾਂ ਨਾਲ ਇਹਨੇ ਕੀ ਰੱਜਣਾ ਹੈ, ਇਹ ਤੇ ਜਿਉਂ ਕੇ ਵੀ ਨਹੀਂ ਰੱਜਦਾ। ਹਰ ਵਕਤ ਮੰਗਦਾ ਰਹਿੰਦਾ ਹੈ ਤੇ ਰੱਜ ਨਾ ਕੋਈ ਜੀਵਿਆ। ਕਦੀ ਨਹੀਂ ਕਹਿੰਦਾ ਮੈਂ ਬੜਾ ਜੀਵਨ ਹੰਢਾ ਲਿਆ, ਨਹੀਂ। ਕਿਉਂ ਨਹੀਂ ਕਹਿੰਦਾ? ਕਿਉਂਕਿ ਅੰਦਰ ਤ੍ਰਿਸ਼ਨਾ ਹੈ ਜਿਉਣ ਦੀ, ਹੋਰ ਜਿਉਣ ਦੀ ਪ੍ਰਬਲ ਤ੍ਰਿਸ਼ਨਾ ਹੈ। ਇਹਦੀ ਪ੍ਰਬਲ ਦਲੀਲ ਹੈ, ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਮਿਲਦੇ ਹਾਂ, ਉਹ ਸਿਰ ਤੇ ਹੱਥ ਰੱਖਦਾ ਸਾਡੇ, ਅਸੀਂ ਪੈਰੀ ਹੱਥ ਲਾਉਂਦੇ ਹਾਂ, ਉਹ ਸਾਨੂੰ ਕਹਿੰਦਾ ਜਿਉਂਦਾ ਰਹਿ, ਕਿਉਂਕਿ ਉਹਦੇ ਕੋਲੇ ਜਿਉਂਦੇ ਰਹਿਣ ਦੀ ਤ੍ਰਿਸ਼ਨਾ ਹੈ। ਜੋ ਉਹਦੇ ਕੋਲੇ ਹੈ ਉਹੀ ਸਾਨੂੰ ਦੇ ਰਿਹਾ ਹੈ, ਅੱਗੇ ਟ੍ਰਾਂਸਫਰ ਕਰ ਰਿਹਾ ਹੈ। ਜਿਉਂਦਾ ਰਹਿ, ਕਿਉਂ? ਕਿਉਂਕਿ ਆਪਣੇ ਜੀਵਨ ਤੋਂ ਹਲੇ ਤੱਕ ਉਹ ਸੰਤੁਸ਼ਟ ਨਹੀਂ ਹੈ। ਅੰਦਰ ਤ੍ਰਿਸ਼ਨਾ ਹੈ, ਅਤ ਤ੍ਰਿਸ਼ਨਾ ਕਬਹੂ ਨ ਤਰਾਪੈ। ਤਰਾਪੈ ਕਹਿੰਦੇ ਨੇ ਰੱਜਣ ਨੂੰ। ਅੰਦਰ ਦੀ ਤ੍ਰਿਸ਼ਨਾ ਕਦੇ ਵੀ ਰੱਜਦੀ ਨਹੀਂ। ਸੋ ਐਤਨੀ ਬੇਨਤੀ ਪ੍ਰਵਾਨ ਕਰਨੀ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹਾਂ ਇੱਥੇ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਬਖਸ਼ਿਸ਼ ਕਰਨ, ਗੁਰਬਾਣੀ ਦੇ ਅਨੁਸਾਰ ਜੀਵਨ ਦੀ ਸੋਝੀ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ।